असलामुअलैकुम ਵੀਰੋ ਕੀ ਹਾਲ ਹੈ। ਉਮੀਦ ਕਰਨਾ ਤੁਸੀਂ ਸਾਰੇ ਵਧੀਆ ਹੋਵੋਗੇ। ਵੀਰੋ ਅੱਜ ਦੀ ਕਥਾ ਉਹਨਾਂ ਲੋਕਾਂ ਵਾਸਤੇ ਹੈ ਜਿਨ੍ਹਾਂ ਦੇ ਵਿੱਚ ਕਾਮ ਤੇ 10ਵੇਂ ਗ੍ਰੰਥ ਨੂੰ ਲੈ ਕੇ ਬਹੁਤ ਸਾਰੇ ਡਾਊਟ ਤੇ ਬਹੁਤ ਸਾਰੇ ਸਵਾਲਾਤ ਨੇ। ਸੰਤ ਸਿੰਘ ਮਸਕੀਨ ਜੀ ਬਹੁਤ ਵਧੀਆ ਤਰੀਕੇ ਦੇ ਨਾਲ ਬਿਆਨ ਕਰਦੇ ਪਏ ਹੈ ਤੇ ਉਹਨਾਂ ਦੇ ਸਾਰੇ ਡਾਊਟ ਖਤਮ ਹੋ ਜਾਣਗੇ ਸੰਤ ਸਿੰਘ ਮਸਕੀਨ ਜੀ ਦੀ ਇਹ ਕਥਾ ਸੁਣ ਕੇ। ਖੈਰ ਪਹਿਲਾਂ ਆਪਾਂ ਚੱਲ ਕੇ ਦੇਖ ਰਹੇ ਹਾਂ ਕਥਾ ਤੇ ਉਸ ਤੋਂ ਬਾਅਦ ਕਰਾਂਗੇ ਇਸ ਤੇ ਗੱਲਬਾਤ। ਤੇ ਕਥਾ ਸ਼ੁਰੂ ਕਰਨ ਤੋਂ ਪਹਿਲੇ ਸਾਰੇ ਵੀਰਾਂ ਭਰਾਵਾਂ ਅੱਗੇ ਬੇਨਤੀ ਹੈ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਤੇ ਆਪਾਂ ਚੱਲ ਕੇ ਦੇਖਦੇ ਹਾਂ ਅੱਜ ਦੀ ਕਥਾ। संसार एते ए जग सच्चे की है कोठड़ी एते ब्रह्म दी से ब्रह्म सुने बिल्कुल। पर मनुख दा लोभ पदार्थां नु सोने चांदी नु खास करके माया बना देंदा है। माया पुरुष लई स्त्री ते स्त्री लई पुरुष ਇਹ ਦੇਵੀ ਦੇਵਤੇ ਦਾ ਸੰਬੰਧ ਪਤੀ ਪਤਨੀ ਦਾ ਸੰਬੰਧ ਪ੍ਰਭੂ ਨੇ ਲੀਲਾ ਬਣਾਈ ਹੈ ਸੰਸਾਰ ਨੂੰ ਚਲਾਉਣ ਵਾਸਤੇ ਚੱਲਦਾ ਰਹੇ। ਪਰ ਜੈਸੇ ਮਨੁੱਖ ਦਾ ਪੁਰਸ਼ ਦਾ ਅਸੀਮ ਕਾਮ ਬਾਹਰ ਪ੍ਰੋਜੈਕਟ ਹੁੰਦਾ ਹੈ ਉਹ ਇਸਤਰੀ ਨੂੰ ਕਾਮਣੀ ਬਣਾ ਦਿੰਦਾ ਹੈ ਪੁਰਸ਼ ਨੂੰ ਕਾਮਦੇਵ ਬਣਾ ਦਿੰਦਾ ਹੈ। ਬਿਲਕੁਲ। ਇਸ ਤੇ ਖੁੱਲ ਕੇ ਵਿਚਾਰਾਂ ਨਹੀਂ ਹੋਈਆਂ। ਲੋਭ ਤੇ ਹੋਈਆਂ ਨੇ, ਹੰਕਾਰ ਤੇ ਵੀ ਹੋਈਆਂ ਨੇ, ਕ੍ਰੋਧ ਦੇ ਉੱਤੇ ਵੀ ਬੜੇ ਬੜੇ ਗ੍ਰੰਥ ਲਿਖੇ ਗਏ ਨੇ, ਰਿਸ਼ੀ ਮੁਨੀਆਂ ਨੇ ਲਿਖੇ ਨੇ, ਸੰਤ ਜਨਾਂ ਨੇ ਲਿਖੇ ਨੇ। ਮੋਹ ਤੇ ਵੀ ਬੜੇ ਲਿਖੇ ਨੇ। ਪਤਾ ਹੈ ਕਾਮ ਤੇ ਕਿੰਨਾਂ ਨੇ ਲਿਖੇ ਨੇ? ਮੂਰਖਾਂ ਨੇ, ਅਗਿਆਨੀਆਂ ਨੇ, ਦੁਸ਼ਟ ਲੋਕਾਂ ਨੇ, ਵਿਬੇਚਾਰੀ ਲੋਕਾਂ ਨੇ ਕਾਮ ਤੇ ਗ੍ਰੰਥ ਲਿਖੇ ਨੇ। ਸੈਕਸ ਦੇ ਉੱਤੇ ਸਭ ਕੁਝ ਲਿਖਿਆ ਕਿਤਾਬਾਂ ਉਹਨਾਂ ਦੀਆਂ ਮਿਲਦੀਆਂ ਪਈਆਂ। ਰਿਸ਼ੀ ਮੁਨੀਆਂ ਨੇ ਆਪਣੀ ਕਲਮ ਰੋਕ ਲਈ, ਕ੍ਰੋਧ ਤੇ ਲਿਖਿਆ, ਮੋਹ ਤੇ ਵੀ ਲਿਖਿਆ, ਹੰਕਾਰ ਤੇ ਲੋਭ ਤੇ ਵੀ ਲਿਖਿਆ। ਜਦ ਗੱਲ ਆ ਗਈ ਕਾਮ ਦੀ ਰਿਸ਼ੀ ਮੁਨੀਆਂ ਨੇ ਕਲਮ ਰੋਕ ਲਈ, ਗਿਆਨੀਆਂ ਨੇ ਕਲਮ ਰੋਕ ਲਈ, ਮੂਰਖਾਂ ਨੇ ਕਲਮ ਚੁੱਕ ਲਈ। ਬੜੇ ਧਿਆਨ ਨਾਲ ਸੁਣਨਾ। ਬਿਲਕੁਲ ਹੈ ਜੀ। ਕਿਉਂਕਿ ਮੂਲ ਪੰਕਤੀ ਹੈ ਮਾਇਆ ਤੇ ਮਾਇਆ ਦਾ ਰੂਪ ਰਵਿਦਾਸ ਇੰਜ ਬਿਆਨ ਪਏ ਕਰਦੇ ਨੇ। ਇੱਕ ਰੂਪ ਦਾ ਜ਼ਿਕਰ ਕੀਤਾ ਹੈ, ਤੁਮ ਕਈਅਤ ਹੋ ਜਗਤ ਗੁਰੂ ਸੁਆਮੀ ਹਮ ਕਈਅਤ ਕਲ ਜੁਗ ਕੇ ਕਾਮੇ। ਇਹ ਰਵਿਦਾਸ ਦੇ ਬੋਲ। ਕ੍ਰੋਧ ਲੋਭ ਮੋਹ ਹੰਕਾਰ ਤੇ ਲਿਖਿਆ ਸੰਤਾਂ ਨੇ, ਅਵਤਾਰਾਂ ਨੇ, ਰਿਸ਼ੀ ਮੁਨੀਆਂ ਨੇ, ਪੈਗੰਬਰਾਂ ਨੇ। ਤੇ ਕਾਮ ਦੇ ਉੱਤੇ ਲਿਖਿਆ ਮੂਰਖਾਂ ਨੇ, ਦੁਸ਼ਟਾਂ ਨੇ, ਵਿਬੇਚਾਰੀਆਂ ਨੇ, ਦੁਰਾਚਾਰੀਆਂ ਨੇ। ਤੁਹਾਨੂੰ ਜਿਤਨੀਆਂ ਕਾਮ ਦੇ ਸੰਬੰਧ ਵਿੱਚ ਕਿਤਾਬਾਂ ਮਿਲਣਗੀਆਂ ਇਹ ਰਿਸ਼ੀ ਮੁਨੀਆਂ ਦੀ ਲਿਖੀਆਂ ਹੋਈਆਂ ਨੇ, ਇਹ ਵਿਬੇਚਾਰੀਆਂ ਦੀ ਲਿਖੀਆਂ ਹੋਈਆਂ ਨੇ, ਦੁਰਾਚਾਰੀਆਂ ਦੀ ਲਿਖੀਆਂ ਹੋਈਆਂ ਨੇ। ਲਿਖਣ ਸ਼ੈਲੀ ਉਹਨਾਂ ਕੋਲ ਹੈ ਸੀ। ਔਰ ਸਭ ਤੋਂ ਜ਼ਿਆਦਾ ਇਹ ਪ੍ਰਭੂ ਨਾਮ ਦੇ ਗ੍ਰੰਥ ਨਹੀਂ ਵਿਕਦੇ, ਕਾਮ ਦੇ ਹੀ ਵਿਕਦੇ ਨੇ। ਚਾਹੇ ਉਹ ਫਿਲਮੀ ਮੈਗਜ਼ੀਨ ਨੇ, ਚਾਹੇ ਉਹ ਗੰਦੇ ਨਾਵਲ ਨੇ, ਇਹੀ ਵਿਕਦੇ ਨੇ, ਇਹੀ ਲੋਕੀ ਪੜ੍ਹਦੇ ਨੇ। ਕਹਿੰਦੇ ਨੇ ਕਿਸੇ ਦੀ ਲਾਇਬ੍ਰੇਰੀ ਵੇਖ ਕੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਇਹ ਮਨੁੱਖ ਕੀ ਹੈ, ਕਿਸ ਤਰ੍ਹਾਂ ਦਾ ਹੈ। ਬਿਲਕੁਲ। ਇਹ ਮਨੁੱਖ ਕੀ ਹੈ। ਘਰ ਘਰ ਦੇ ਜਾਣ ਦਾ ਮੌਕਾ ਮਿਲਦਾ ਹੈ। ਡਰਾਇੰਗ ਟੇਬਲ ਦੇ ਸਭ ਫਿਲਮੀ ਮੈਗਜ਼ੀਨ ਪਏ ਹੁੰਦੇ ਨੇ ਟੇਬਲ ਤੇ। ਜਿਨਸੀਅਤ ਨਾਲ ਭਰੀਆਂ ਹੋਈਆਂ ਕਹਾਣੀਆਂ ਉਹ ਕਿਤਾਬਾਂ ਪਈਆਂ ਹੁੰਦੀਆਂ ਨੇ। ਉਸ ਤੋਂ ਹੀ ਪਤਾ ਚੱਲਦਾ ਹੈ ਪਰਿਵਾਰ ਕਿਤਨਾ ਕੁ ਧਾਰਮਿਕ ਹੋਵੇਗਾ। ਇਹਦਾ ਗੁਰਦੁਆਰੇ ਆਣਾ ਤੇ ਪਖੰਡ ਹੋਵੇਗਾ। ਅਸਲੀ ਰੂਪ ਤੇ ਇਹਨਾਂ ਦਾ ਇਹ ਹੈ। ਬਿਲਕੁਲ। ਹਕੀਕਤ ਤੇ ਇਹਨਾਂ ਦੀ ਇਹ ਹੈ ਜਿਸ ਨੂੰ ਅਸੀਂ ਹਿੰਦੂ ਜਗਤ ਕਹਿੰਦੇ ਹਾਂ। ਪੁਰਾਣੇ ਤੇ ਕੌਲ ਦਰਾਵੜ ਸੂਰੀਏ ਬੰਸੀ ਚੰਦਰ ਬੰਸੀ ਸਨ। 1450 ਸਾਲ ਤੋਂ ਇਹ ਸ਼ਬਦ ਬਣਿਆ ਹਿੰਦੂ। ਇਹਨਾਂ ਦੇ
एक ने कलम चुकी, एक ऋषि ने, उन्हें काम सूत्र लिखिया है, उन्होंने वात्सायन कहते ने, पर तमाम हिंदू जगत ने उसनों ऋषि मनिया, ऋषि कहते हैं। लिखिया उसने काम ते, ऋषि वात्सायन। उन्हें राम दी महिमा, राम दे गुण नहीं लिखे, काम दी शक्ति ते काम दे अवगुण लिखे। सारी दिमागी शक्ति इसे ते लाई है, सारी कलम इसे ते चलाई है। और ये तमाम ऋषि मुनिया दे देश दे चो एक कोई है जिसने बादलील किया, क्रोध ते लिखिया जा सकता है, मोह ते लिखिया जा सकता है, हंकार ते बोलिया जा सकता है, लोभ ते बोलिया जा सकता है, जो मनुख नूं भ्रष्ट कर देंदा है। असीम काम भी परिवार भ्रष्ट कर देंदा है, पुरुष नूं भ्रष्ट कर देंदा है, स्त्री नूं भ्रष्ट कर देंदा है, पुरुष नूं दुराचारी बलात्कारी बना देंदा है, स्त्री नूं गनका बना देंदा है, वैश्या बना देंदा है। इस ते क्यों ना लिखिया जाए? इसने पहली दफा कलम चुकी और ग्रंथ लिखे है। हुण बहुता ते कुछ मैं बयान ना करा, गुरमत दी स्टेज है, लेकिन मैं इतना अर्ज करा, धन गुरु गोबिंद सिंह जी महाराज ने भी खुल के लिखे, खुल के लिखे। उसे एक आंगनों लैके साडे सिख जगत दे कुछ विद्वान बड़ा रौला पाते हैं, लोभ करके एक बेईमानी कर रहे हैं, ठगी कर रहे हैं, धोखा दे रहे हैं, कपट कर रहे हैं, छल कर रहे हैं। लिखिया जा सकता है, बोलिया जा सकता है, बुरा नहीं है। हंकार करके कोई खून खराबा कर रहे है, प्रभुता दी भुख ही खून खराबा करांदी है। कैसे कैसे खून खराबे करांदी है। 2.5 करोड़ बंदियां दे कातल, बिल्कुल हिटलर, मौसे तुंग, मौसे लेने, लेनन, चंगेज खां, हलाको, सिर्फ राजनीति दी हवश ने इतने उन्हां कोल कतल करवाया, प्रभुता दी भुख ने इतना खून खराबा कराया। लिखिया जा सकता है, बोलिया जा सकता है, लोग शौक नाल पढ़ते। काम दी सीमा वधी हुई कैसे जीवन नूं भ्रष्ट कर देंदी है, स्त्री नूं गनका बना देंदी है, पुरुष नूं बलात्कारी बना देंदी है। अगर इस दे ते खुल के लिखिया गया किस तरह बनाती है, तो फिर कह दिता गया ये साहित्य अश्लील है, अश्लील है। इस दे उत्ते कलम सिख जगत दे बथेरिया ने चुकिया ने, बथेरिया ने। मैं कल्ला ही हाँ जो उस कलम दे खिलाफ बोलिया, थोड़ा लिखिया, और मैं कल्ला ही जो इन्हों ने अपन लिखतां दे राही मैनू भंडिया, तरह तरह के इल्जाम लाए, लेकिन दलील का कोई जवाब नहीं है। बिल्कुल दलील का कोई जवाब नहीं। और चूंकि 10वें ग्रंथ वो बाणियां भी ने जो अमृत तैयार करन लग्या जपियां जांदियां ने, पढ़ियां जांदियां ने, तो कहते नहीं इत्थे इत्थे तक ये बाणी ही गुरु गोबिंद सिंह दी, बाकी असी नहीं मनते, नहीं मनते। इन्हां दे सामने जद मैं कुछ गुरु ग्रंथ साहब दियां पंक्तियां रखियां ने, बाबा फरीद अज ना सुती कंत स्यों, अंग मुड़े मुड़ जाए, जाए पूछो डोहा गणे, तुम क्यों रहन रहे। ज्ञान राव जब सेजे आवे, तो नानक भोग करे, हजारां पंक्तियां। फिर किस दे अर्थ करोगे? ठीक है आत्मा परमात्मा का मिलन, लेकिन उदाहरण प्रमाण ठीक है परमात्मा के रस लई प्रमाण छोटे होणगे, पूर्ण नहीं होणगे, क्यों वो पूर्ण है।
संसार की कोई गल करनी है तो पूर्ण प्रमाण मिल सकता है, प्रत्यक्ष प्रमाण भी मिल सकता है, पर उदाहरण तो दिते ने संसार दे। और ऐसिया पंक्तियां धन गुरु ग्रंथ साहब जी महाराज दे बेशुमार कही। इस शब्द दे रविदास भी खुल के बोल रहे हैं, खुल के बोल रहे हैं। समा तो हुण मेरे को सीमित है, तो मैं एक दलील थोड़े सामने रख दी है। जे क्रोध ते बोलिया जा सकता है, कितना दुष्ट बना देंदा है मनुख नूं, कितना मूढ़ बना देंदा है। जे लोभ ते बोलिया जा सकता है, कितना बेईमान बना देंदा है, ठग चोर डकैत बना देंदा है। जे हंकार ते बोलिया जा सकता है, कितना कातल कसाई बना देंदा है मनुख नूं। जे मोह ते बोलिया जा सकता है, कितना स्वार्थी बना देंदा है मनुख नूं। इक्को ही विशा काम इस ते नहीं बोलिया जा सकता, ना लिखिया जा सकता है। और आप सुन के हैरान होवोगे, इन्हां पंजां विचों मूल काम है, बाकी सब थल्ले। जद भी गिणती आउंदी है, पहले सरदार यही है, काम क्रोध लोभ मोह अहंकार। ये सरदार है, ये सारियां दा सिरमौर है। बाकी दे जिहड़े औगण ने, मनुख उन्हां दी पूर्ति भी काम दी पूर्ति लई करदा है। धन वध गया सी नवाब कोल, निजाम हैदराबाद दे, तां उस दियां 600 बेगमां सन। जे धन ना वधदा ते प्रभता ना वधदी, हंकार करके ते 600 बेगमां, कोई महाराजा 400 महाराणियां। और दुराचारी किस नूं कहंदे ने, बलात्कारी किस नूं कहंदे ने। इस वक्त मराकश दे नवाब दियां 1000 बेगमां ने। इस वक्त दुराचारी किस नूं कहंदे ने, बलात्कारी किस नूं कहंदे ने। और किस नूं बलात्कारी आखोगे। धन भी इस वास्ते वधाया, प्रभुता भी मराकश दे नवाब ने इस वास्ते वधाई, मैं 1000 बेगमां रख सका। हैरानगी दी गल। इस शब्द दे खुलासा यही है। सीमित दायरे च मैं थोड़े सामने ये विचारां रखांगा। मनुख दे अंदर कामना गर्दिश करदी है। कामना दा चक्कर ही जन्म मरण दा चक्कर बनदा है। कामना दा चक्कर ही संसार दा चक्कर बनदा है। जिवें खंडा साडा धार्मिक चिन्ह है। धन गुरु गोबिंद सिंह जी महाराज दी बाणी, प्रथमे खंडा साज के जिन सब संसार उपाया। पहले प्रभु ने शक्ति बनाई, वो जो सीधा खंडा है शक्ति का प्रतीक है। शक्ति तो संसार बने। फिर संसार का जिहड़ा रूप दिखाया गोलाकार खंडे ना, धरती ब्रह्मंड। ये गोलाकार ब्रह्मंड शक्ति तो पैदा होया। फिर दोवें पासे किरपाना, शक्ति नहीं संभालिया होया इसनों निर्गुण रूप दे ते सरगुण रूप दे। इंज दो खंडे की व्याख्या है। सरगुण ते निर्गुण रूप दे उसने ब्रह्मंड नूं संभालिया होया है। सारी उत्पत्ति खंडे तो हुई, शक्ति तो हुई। तो जो उत्पत्ति हुई वो सारे दा सारा सब कुछ गोलाकार है। तो गोला ब्रह्मंड का रूप पेश किया है। इस तरह महात्मा बुद्ध बोधियां का जिहड़ा धार्मिक चिन्ह है चक्कर है। संसार चक्कर है। मनुख इस दे गर्दिश करता रहता है, घूमता ही रहता है, घूमता ही रहता है। आवणे जावणे इस दे मुकदे ही नहीं। गोलाकार कामना मनुख नूं घुमाई फिरदी है। हुण ध्यान नाल सुनना। धन दी कामना, धन मिल गया है, कामना रुकदी नहीं, विश्राम नहीं करती। प्रभुता दी कामना घूमदे आया वह भी मिल गई। कामना इत्थे भी विश्राम नहीं करती, चल पैंदी है। फिर पुरुष दे अंदर स्त्री दी कामना,
ਇਸਤਰੀ ਦੇ ਅੰਦਰ ਪੁਰਸ਼ ਦੀ ਕਾਮਨਾ, ਇੱਥੇ ਕਾਮਨਾ ਥੋੜਾ ਜਿਹਾ ਵਿਸ਼ਰਾਮ ਕਰਦੀ ਹੈ। ਇਸ ਵਾਸਤੇ ਭਾਰਤ ਦੇ तमाम ਰਿਸ਼ੀਆਂ ਨੇ ਇਸਤਰੀ ਨੂੰ ਕਾਮਣੀ ਕਹਿ ਦਿੱਤਾ, ਪੁਰਸ਼ ਨੂੰ ਕਾਮਦੇਵ ਕਹਿ ਦਿੱਤਾ। ਥੋੜਾ ਜਿਹਾ ਵਿਸ਼ਰਾਮ ਕਰਦੀ। ਧੰਨ ਗੁਰੂ ਤੇਗ ਬਹਾਦਰ ਸਾਹਿਬ, ਕਹੋ ਕਹਾ अपने अधमाई, उर्झ्यो कनक कामने के रस, न की रत प्रभगा। इन्हें प्रभु की कीर्ति नहीं गाई, कारण रोक लिया किधरे कनक ने किधरे कामनी ने। स्त्री नूं कामना की मणि आख दिता। पुरुष इत्थे विश्राम करता है, उसकी कामना कुछ देर लई इत्थे रुकती है, ना प्रभुता ते रुकती है, ना धन ते रुकती है, होर अगे होर अगे होर अगे, थोड़ा जिहा इत्थे रुकती है। स्त्री की भी ये कामना ना धन ते रुकती है, ना प्रभुता ते रुकती है थोड़ा जिहा पुरुष ते। तो पुरुष उस लई कामदेव बन जाता है, स्त्री पुरुष लई कामनी बन जाती है। छलक कनक कामने, छले कनक कामने, संस्कृति श्लोक गुरु अर्जन देव जी, बड़ा जिक्र है इस दिन। कहो कहा अपने अदमाई, उर्झ्यो कनक कामने के रस, न की रथ प्रभगाय। संतान उत्पत्ति का जो साधन सी प्रभु ने बनाया है, चलता रहे, यही पुरुष लई महारस बन गया, स्त्री लई महारस बन गया। कामना थोड़ा विश्राम करने लग पई, एक कामदेव बन गया, एक काम नहीं बन गए। मन माया का हाथ बिकाना, मन ते बिक गया माया दे हाथ। ते मैं फिर अर्ज करा, माया मन की अवस्था है, संसार माया नहीं है। हाँ जी। रहा तुम कहियत हो जगत गुर स्वामी, हे परिपूर्ण परमात्मा, तू ते जगत दा ज्ञाता है, ते सारे जगत नूं ज्ञान देण वाला है, जगत गुरु है, फिर तू स्वामी है, मालिक है। हाँ जी। हम कहियत कल युग के कामी, असी इस दौर दे च, इस कल युग दे च बड़े परबल कामी जीव हाँ। आपदी ज्ञात लई अर्ज करा, जद काम प्रधान नहीं सी, लोभ प्रधान से, हंकार प्रधान से, उदों हंकार ते बहुत बोलिया गया, बहुत बोलिया गया। उदों लोभ की व्याख्या भी बड़ी की गई, बहुत की गई, और ये व्याख्या करते सन ऋषि मुनि, ताकि मनुख लोभ करके भ्रष्ट ना होवे, हंकार करके भ्रष्ट ना होवे। संत जन अवतार समझाते सन ते बोलते सन। इस दौर दे च लोभ ते हंकार ते छाया दी तरह ने काम प्रदान हो गया। पर बदकिस्मती है, ऋषि मुनि तो इतने हैं को नहीं, ये हैगे ने तो बोलते नहीं, दुष्ट लोग काम ते लिख रहे हैं, वही बोल रहे हैं, वही चर्चा पे करते हैं, वही लोगों को पढ़ने वास्ते मिलता है। चूंकि भ्रष्ट लोगों ने काम दे उत्ते लिखे है, जो काम तो भ्रष्ट होए ने, तो उन्होंने पढ़ पढ़ के पढ़ने वाले भी भ्रष्ट हो जाते हैं, वो भी भ्रष्ट हो रहे हैं। असी हे प्रभु कल युग दे कामी जीव। हाँ जी। इन पंचन मेरो मन जो बिगाड़ियो, इन्हां पंजां ने जिहड़ा मेरे मन नूं भ्रष्ट कर लिया है, बिगाड़ छड़िया है। हाँ जी। पल पल हार जीते अंतर पारियो, एक एक पल दे च परमात्मा तो विछोड़ी जांदे ने, भाव एक पल लई भी नहीं जुड़न देंदे, विछोड़ी जांदे ने, मैनू तोड़ी जांदे ने। हाँ जी। जात देखां तात दुख की राशि, इस बिगाड़ करके, इस बिछोड़े करके जो कुछ भी संग्रह हो रहा है, जो रास इकट्ठी हो रही है, वो दुख दी। ते रविदास कहते हैं, मैं जिधर जिधर देखदा सारिਆਂ कोल दुखां दी रास है, दुखां दी पंड है, और कुछ भी नहीं है। हर एक बंदा दुखां दी पंड चुकी फिरदा है। किस पे खोलो गंठड़ी दुखी भर आया, किसी दी भी पंड खोल के वेख लो, सिवाय दुखां तो होर कुछ निकलदा नहीं। यही रास है,
ਅਸਲੀ ਰਾਸ ਮਨੁੱਖ ਇਹੀ ਚੁੱਕੀ ਫਿਰਦਾ ਹੈ। ਹਾਂਜੀ, ਆਜੋ ਨਾ ਪਤਿਆਏ ਨਿਗਮ ਭੈ ਸਾਖੀ। ਪਰ ਅਜੇ ਵੀ ਮਨੁੱਖ ਨੂੰ ਭਰੋਸਾ ਨਹੀਂ ਹੋਇਆ, ਮੈਂ ਵਿਕਿਆ ਹੋਇਆ, ਮੈਂ ਭ੍ਰਸ਼ਟ ਹੋ ਗਿਆ। ਅਜੇ ਵੀ ਭ੍ਰਸ਼ਟ ਹੋਣ ਦਾ ਸ਼ੌਕ ਇਸ ਦਾ ਬਣਿਆ ਹੋਇਆ ਹੈ। ਇਹ ਵੇਦ ਸਾਖੀ ਨੇ, ਗਵਾਹੀ ਨੇ, ਭਾਵ ਵੇਦਾਂ ਦੇ ਵਿੱਚ ਕਹਾਣੀਆਂ ਨੇ, ਇਹ ਕਥਾਵਾਂ ਨੇ, ਇਹ ਸਭ ਕੁਝ ਦੱਸੀ ਜਾਂਦੇ ਨੇ ਵੇਦ ਵੀ ਕਿ ਮਨੁੱਖ ਇਸ ਤਰ੍ਹਾਂ ਭ੍ਰਸ਼ਟ ਹੋ ਜਾਂਦਾ ਹੈ, ਇਸ ਤਰ੍ਹਾਂ ਭ੍ਰਸ਼ਟ ਹੋ ਜਾਂਦਾ ਹੈ। ਰਵਿਦਾਸ ਕਹਿੰਦੇ ਨੇ ਕੇਵਲ ਮੈਂ ਹੀ ਨਹੀਂ ਕਹਿ ਰਿਹਾ, ਧਰਮ ਗ੍ਰੰਥ ਸਾਖੀ ਨੇ। ਮਨੁੱਖ ਗੁਲਾਮ ਹੋਇਆ ਪਿਆ, ਮਨੁੱਖ ਭ੍ਰਸ਼ਟ ਹੋਇਆ ਹੈ। ਹਾਂਜੀ, ਗੋਤਮ ਨਾਰ ਉਮਾਪਤ ਸੁਆਮੀ। ਹਮ ਕਈ ਅਤਕਲ ਜੁਗ ਕੇ ਕਾਮੀ। ਇਸ ਦੇ ਸਭ ਤੋਂ ਪਹਿਲੇ ਲੈਂਦੇ ਨੇ ਰਵਿਦਾਸ ਇੰਦਰ ਨੂੰ। ਇੰਦਰ ਤੋਂ ਮੁਰਾਦ ਕਿਧਰੇ ਇਹ ਨਾ ਲੈ ਲੈਣਾ ਕਿ ਕੋਈ ਆਸਮਾਨ ਤੇ ਸਵਰਗ ਹੈ ਤੇ ਉੱਥੇ ਇੰਦਰ ਰਹਿੰਦਾ ਹੋਵੇਗਾ। ਕਰੀਬਨ ਹਰ ਰਾਜਾ ਇੰਦਰ ਆਉਂਦਾ ਹੈ, ਕੋਈ ਵੀ ਹਰ ਰਾਜਨੈਤਿਕ ਇੰਦਰ ਆਉਂਦਾ ਹੈ, ਕੁਛ ਇੱਕ ਨੂੰ ਛੱਡ ਕੇ, ਜਨਕ ਜੈਸੇ ਨੂੰ ਛੱਡ ਕੇ ਇੰਦਰ ਆਉਂਦੇ ਨੇ। ਉਹ ਇੰਦਰੀਆਂ ਦੇ ਰਸ ਦੇ ਚ ਰਹਿੰਦੇ ਨੇ। ਉਹਨਾਂ ਨੂੰ ਹਰ ਵਕਤ ਖਲੜੀ ਦਾ ਰਸ ਚਾਹੀਦਾ, ਅੱਖਾਂ ਦਾ ਰਸ ਚਾਹੀਦਾ, ਕੰਨਾਂ ਦਾ ਰਸ ਚਾਹੀਦਾ। ਔਰ ਚੂੰਕਿ ਰਾਜੇ ਨੇ, ਸ਼ਕਤੀਸ਼ਾਲੀ ਨੇ, ਇੰਦਰ ਨੇ, ਤੋ ਇੰਦਰੀਆਂ ਦੇ ਰਸ ਉਹਨਾਂ ਦੇ ਬੜੇ ਪ੍ਰਬਲ ਨੇ, ਪੂਰਤੀ ਦੇ ਸਾਧਨ ਵੀ ਉਹਨਾਂ ਦੇ ਕੋਲ ਨੇ। ਇਨ੍ਹਾਂ ਇੰਦਰੀਆਂ ਦੇ ਰਸਾਂ ਕਰਕੇ ਭ੍ਰਸ਼ਟ ਵੀ ਹੋਣਗੇ, ਫਿਰ ਵੀ ਪੂਜਨੀਕ ਹੋਣਗੇ। ਰਾਜੇ ਜੋ ਹੈ, ਸ਼ਕਤੀ ਜੋ ਕੋਲ ਹੈ, ਤਾਕਤ ਵੀ ਕੋਲ ਹੈ, ਤੋ ਪੂਜੇ ਜਾਣਗੇ। ਭਾਵੇਂ ਕਾਮ ਇਹਨਾਂ ਨੂੰ ਭ੍ਰਸ਼ਟ ਕਰੇ, ਸ਼ਕਤੀ ਪੜਦਾ ਪਾ ਦੇਗੀ। ਭਾਵੇਂ ਲੋਭ ਇਹਨਾਂ ਨੂੰ ਭ੍ਰਸ਼ਟ ਕਰੇ, ਸ਼ਕਤੀ ਪੜਦਾ ਪਾ ਦੇਵੇਗੀ। ਭਾਵੇਂ ਹੰਕਾਰ ਇਹਨਾਂ ਨੂੰ ਭ੍ਰਸ਼ਟ ਕਰੇ, ਸ਼ਕਤੀ ਪੜਦਾ ਪਾ ਦੇਗੀ। ਸ਼ਕਤੀ ਇੱਕ ਦੋ ਬੰਦਿਆਂ ਨੇ ਸ਼ਕਤੀਸ਼ਾਲੀ ਮਨੁੱਖ ਨੂੰ ਮਾਰ ਦਿੱਤਾ, ਉਹਨਾਂ ਨੂੰ ਫਾਂਸੀ ਤੇ ਚਾੜ ਦਿੱਤਾ, ਕਿਉਂਕਿ ਸ਼ਕਤੀਸ਼ਾਲੀ ਮਨੁੱਖ ਮਾਰ ਦਿੱਤੇ। ਪਰ 4000 ਸਿੱਖਾਂ ਦੀਆਂ ਲਾਸ਼ਾਂ ਦਿੱਲੀ ਦੀਆਂ ਸੜਕਾਂ ਤੇ ਪਈਆਂ, ਸਬੂਤ ਵੀ ਮੁਹੱਈਆ ਹੋ ਗਏ ਕਿਸ ਨੂੰ ਫਾਂਸੀ ਤੇ ਚੜ੍ਹਿਆ, ਕੌਣ ਫਾਂਸੀ ਤੇ ਚੜ੍ਹਿਆ। ਕਮਜ਼ੋਰ ਤੇ ਹਕੀਕਤ ਹੈ, ਇਹ ਤੇ ਸਚਾਈ ਹੈ। ਕਿਤਨਾ ਹੀ ਜ਼ਾਲਮ ਕਿਉਂ ਨਾ ਹੋਵੇ, ਸ਼ਕਤੀ ਪੜਦਾ ਪਾ ਦਿੰਦੀ। ਕਿਤਨਾ ਹੀ ਬੇਈਮਾਨ ਤੇ ਠੱਗ ਕਿਉਂ ਨਾ ਹੋਵੇ, ਸ਼ਕਤੀ ਪੜਦਾ ਪਾ ਦਿੰਦੀ। ਕਿਤਨਾ ਹੀ ਦੁਰਾਚਾਰੀ ਤੇ ਵਿਭਿਚਾਰੀ ਕਿਉਂ ਨਾ ਹੋਵੇ, ਸ਼ਕਤੀ ਪੜਦਾ ਪਾ ਦਿੰਦੀ। ਸ਼ਕਤੀਹੀਣ ਦੀ ਨਿੱਕੀ ਜਿਹੀ ਗਲਤੀ ਪਹਾੜ ਜੈਸੀ ਹੋਵੇਗੀ, ਸ਼ਕਤੀਵਾਨ ਮਨੁੱਖ ਦੀ ਪਹਾੜ ਜੈਸੀ ਗਲਤੀ ਉੱਕੀ ਦਿਖਾਈ ਨਹੀਂ ਦੇਗੀ। ਪਰਦਾ ਬਹੁਤ ਵੱਡਾ ਹੈ ਉਹਦੇ ਕੋਲ। ਪਰਦਾ ਕੀ ਹੈ? ਉਹ ਸਾਰੇ ਗੁਨਾਹਾਂ ਨੂੰ ਢੱਕਦਾ ਹੈ? ਨਹੀਂ, ਲੋਕਾਂ ਦੀ ਅੱਖਾਂ ਤੇ ਹੀ ਪਰਦਾ ਪਾ ਦਿੰਦਾ, ਕੁਝ ਦਿਖਾਈ ਨਹੀਂ ਦਿੰਦਾ। ਉਹਦੇ ਕੋਲ ਸ਼ਕਤੀ ਹੈ, ਉਹਦੇ ਕੋਲ ਤਾਕਤ ਹੈ। ਹਰ ਰਾਜਾ ਇੰਦਰ ਆਉਂਦਾ ਹੈ। ਹੁਣ ਹੈ ਤੇ ਰਾਜਾ ਇੰਦਰ, ਪਰ ਜੀ ਰਿਹਾ ਇੰਦਰੀਆਂ ਦੇ ਰਸ ਦੇ ਵਿੱਚ। ਗੌਤਮ ਦੀ ਪਤਨੀ ਅਤੀ ਸੁੰਦਰ ਸੀ, ਉਹ ਰਹਿੰਦੀ ਕੁਟੀਆ 'ਚ। ਗੌਤਮ ਰਿਸ਼ੀ ਤਪ ਸਾਧਨਾ ਕਰਨ ਵਾਲਾ ਭਜਨੀਕ ਪੁਰਸ਼, ਉਸ ਦੀ ਪਤਨੀ ਨੂੰ ਵੇਖ ਕੇ ਇਹ ਰਾਜਾ ਭ੍ਰਸ਼ਟ ਹੁੰਦਾ ਹੈ, ਉਹਦਾ ਸਤ ਭੰਗ ਕਰਦਾ ਹੈ। ਹੱਦ ਹੋ ਗਈ ਇੰਦਰੀਆਂ ਦੇ ਰਸਤੇ 'ਚ। ਕਿਤਨੀ ਅਪਛਰਾ ਉਹਦੇ ਕੋਲ ਨੇ, ਹੋਣਗੀਆਂ 600 ਬੇਗਮਾਂ ਹੋਣਗੀਆਂ, 1000 ਬੇਗਮਾਂ ਹੋਣਗੀਆਂ, 400 ਮਹਾਰਾਣੀਆਂ ਹੋਣਗੀਆਂ। ਇੰਦਰ ਜੋ ਹੋਇਆ, ਸ਼ਕਤੀਸ਼ਾਲੀ ਜੋ ਹੋਇਆ, ਪਰ ਸ਼ਕਤੀਸ਼ਾਲੀ ਮਨੁੱਖ ਉਹਦੇ ਭ੍ਰਸ਼ਟ ਹੋਣ ਦੀ ਸੀਮਾ ਨਹੀਂ ਆਉਂਦੀ। ਸ਼ਕਤੀ ਜੋ ਹੈ ਤੇ ਭ੍ਰਸ਼ਟ ਹੋਣਾ ਦੂਜਿਆਂ ਨੂੰ ਦਿਖਾਈ ਨਹੀਂ ਦਿੰਦਾ। ਉਹਨੇ ਗੌਤਮ ਦੀ ਪਤਨੀ ਦੇਖੀ ਹੈ, ਉਸ ਨਾਲ ਬਲਾਤਕਾਰ ਕੀਤਾ, ਤਾਂ ਭਾਵੇਂ ਕੁਛ ਵੀ ਕੀਤਾ ਜਾਏ, ਪ੍ਰਭੂ ਦੀ ਨਿਗਾਹ ਦੇ ਤੇ ਗੁਨਾਹ ਹੈ।
पाप है, ਇਹਦਾ फल उसने की भोगया। हाँ जी। ਸੀਸ ਧਰਨ ਸਾਹਸ ਭਗਗਾਮੀ। ਸੀਸ ਧਰਨ, ਇਥੇ ਬ੍ਰਹਮੇ ਦਾ ਜ਼ਿਕਰ, ਸਹਿਸ ਭਗਗਾਮੀ ਇੰਦਰ ਦਾ ਜ਼ਿਕਰ। ਸਰੀਰ ਦੇ ਉੱਤੇ ਜਿਤਨੇ ਰੋਮ ਨੇ ਨਾ, ਇਤਨੇ ਫੋੜੇ ਹੋਏ, ਉਹ ਇਸਤਰੀ ਦੇ ਗੁਪਤ ਅੰਗ ਦਾ ਰੂਪ ਧਾਰਨ ਕਰ ਗਏ ਸਰੀਰ ਤੇ, ਇੰਦਰ ਤੇ। ਸ਼ਰਮਸਾਰ ਪ੍ਰਮਾਤਮਾ ਨੇ ਐਸੀ ਸਜ਼ਾ ਦਿੱਤੀ, ਉਸ ਨੂੰ ਐਸੀ ਜੋ ਹੈ ਸਜ਼ਾ ਦਿੱਤੀ। ਸੀਸ ਧਰਨ, ਇਸ ਵਾਸ਼ਨਾ ਨੇ, ਅਸੀਮ ਵਾਸ਼ਨਾ ਨੇ, ਜਿੱਥੇ ਇੱਕ ਮਹਾਨ ਰਾਜੇ ਨੂੰ ਭ੍ਰਸ਼ਟ ਕੀਤਾ, ਫਿਰ ਇੱਕ ਮਹਾਨ ਗਿਆਨੀ ਨੂੰ ਭ੍ਰਸ਼ਟ ਕੀਤਾ। ਕਿਹੜਾ ਗਿਆਨੀ? ਬ੍ਰਹਮਾ। ਸਾਰੇ ਗਿਆਨੀਆਂ ਅੱਜ ਤੱਕ ਜਿੰਨੇ ਗਿਆਨੀ ਹੋਏ ਨੇ, ਕਥਾਵਾਚਕ ਹੋਏ ਨੇ, ਇੰਜ ਕਹਿ ਲਈਏ ਸਰਮੌਰ ਹੈ, ਬ੍ਰਹਮਾ ਕਥਾ ਕਰਦਾ ਸੀ। ਵੇਦ ਸਿਰਫ ਉਚਾਰਨ ਹੀ ਨਹੀਂ ਕੀਤੇ, ਕਥਾ ਕਰਦਾ ਸੀ। ਸਰੋਤਿਆਂ ਦੇ ਵਿੱਚ ਵਿਸ਼ਨੂੰ ਵੀ ਬੈਠਦਾ ਸੀ, ਸ਼ੰਕਰ ਵੀ ਬੈਠਦਾ ਸੀ। ਇੱਕ ਦੇਵਤੇ ਦੀ ਕਥਾ ਚੂੰਕਿ ਬਹੁਤ ਉੱਚੀ ਹੈ, ਤਾਂ ਉੱਚੀ ਸਮਝ ਵਾਲੇ ਬੈਠਦੇ ਸਨ। ਆਮ ਬੰਦਿਆਂ ਦੇ ਤੇ ਪੱਲੇ ਕੁਝ ਪੈਂਦੀ ਨਹੀਂ ਸੀ। ਸਿਆਣਾ ਬਹੁ, ਸਿਆਣਾ ਬਹੁ। ਇਸ ਵਾਸਤੇ ਬਹੁਤ ਭੀੜ ਨਹੀਂ ਆਉਂਦੀ ਸੀ, ਸਿਰਫ ਦੇਵਤੇ ਹੀ ਸੁਣਦੇ ਸਨ। ਲੰਬੀਆਂ ਚੌੜੀਆਂ ਕਹਾਣੀਆਂ ਨੇ। ਕਹਿੰਦੇ ਦੈਂਤ ਵੀ ਆਏ ਸਨ ਇੱਕ ਦਿਨ ਸੁਣਨ, ਉਹ ਇੱਕੋ ਦਿਨ ਆਏ, ਮੁੜ ਕੇ ਨਹੀਂ ਆਏ, मुड़ के नहीं आए। कारण जिनके चित्त कठोर हैं से बैन न सतगुर पास। कोई वल छल कत झट न गले, फिर जाए बहे कुड़े आराम। उन्हां दा जी उत्थे नहीं लगे, पता नहीं कित्थों दी गल करी जांदा, एवें सिर खपाई जा रहे। इक्को दिन आए सन दैंत ब्रह्मे दी कथा सुनन, मुड़ के नहीं आए। देवते ही आउंदे सन। ਸਰੋਤਿਆਂ ਵਿੱਚ ਬ੍ਰਹਮੇ ਦੀ ਬੱਚੀ ਸੁਰਸਤੀ, ਸਾਰਦਾ, ਸੁਰਸਵਤੀ ਮਹਾਨ ਵਿਦਵਾਨ ਔਰ ਵਿਦਿਆ ਦੀ ਦਾਤੀ ਮੰਨੀ ਜਾਂਦੀ ਹੈ। ਉਹ ਵੀ ਬੈਠਦੀ ਸੀ, ਸੁਣਦੀ ਸੀ, ਆਪਣੇ ਪਿਤਾ ਨੂੰ ਸੁਣਦੀ ਸੀ। ਇੱਕ ਦਿਨ 16 ਸਿੰਗਾਰ ਦੀ ਕਥਾ ਕਰ ਰਿਹਾ ਸੀ ਬ੍ਰਹਮਾ। ਦ੍ਰਿਸ਼ਟੀ ਟਿਕੀ ਸੁਰਸਤੀ ਤੇ ਟਿਕੀ ਰਹਿ ਗਈ। ਦ੍ਰਿਸ਼ਟੀ ਹਟੀ ਨਹੀਂ। ਲੋਚਨ, ਲੋਚਾ, ਇਹ ਹਟੀ ਨਹੀਂ। ਲੋਚਾ ਹਟੀ ਨਹੀਂ, ਵੇਖਣ ਦੀ ਲੋਚਾ ਹਟੀ ਨਹੀਂ। ਹੁਣ ਸੁਰਸਤੀ ਜਿਹੜੀ ਇਤਨੀ ਗਿਆਨਵਾਨ ਸੀ, ਉਹਨੇ ਦੇਖਿਆ ਜਿਹੜੀ ਲੋਚਾ ਹੈ भ्रष्ट हो गई है, ये जी दृष्टि है मैली है। भावें मेरा पिता है, दृष्टि मैली है। अखां दस देंदियां ने, अंदर क्रोध होवे अखां ही ते दसदियां ने, कौन दसदा है? अंदर लोभ होवे अखां ही दसदियां ने, अगर किसी नूं पढ़न दी जांच आवे। सुरस्ती चूंकि सूझवान सी, उन्हें देख लिया। वो सामने तो उठ के ना सज्जे पासे आन बैठे। हुण कहंदे ते ने ब्रह्मे ने इधर मुंह बना लिया, नहीं हो सकता मुंह ही इधर फेर लिया होवे, इंज कीता होना। और कहंदे ने कथा विचकार बैठ के करदा सी, चारों पासे देवते बैठते सन। ਜਿਹੜੇ ਬਹੁਤ ਵੱਡੇ ਵੱਡੇ ਦੇਵਤੇ ਸਨ, ਉਹ ਅੱਗੇ ਬੈਠਦੇ ਸਨ, ਸਾਹਮਣੇ ਬੈਠਦੇ ਸਨ। ਫਿਰ ਉਹਨਾਂ ਦੇ ਚੇਲੇ, ਉਹਨਾਂ ਦੇ ਸ਼ਿਸ਼, ਉਹ ਪਿੱਛੇ ਬੈਠਦੇ ਸਨ ਔਰ ਚਾरों ਪਾਸੇ ਬੈਠਦੇ ਸਨ। तो ब्रह्मे ने हो सकता मूँह इधर मोड़िया होवे, इधर मूँह बन गया होवे। ये प्रकृति थोड़ी उल्ट गल हो गई होवे तो कह नहीं सकते, दावे नाल ते मैं हुण नहीं आख सकता। मूँह फेर लिया कि सुरस्ती ने देखे तो दृष्टि मेरे थे। वो सज्जे तो उठ के ना इधर खब्बे पासे आन बैठे।
संगतां ते चारों पासे बैठियां सन। ब्रह्मे ने खब्बे पासे मुंह मोड़ लिया। दृष्टि फिर सुरस्ती ते। कहंदे ने यह कौतक शिव जी ने देखिया, उन्होंने क्रोध चढ़ गया। भाई इन्ना ज्ञानी, इतना सूझवान, इतना महान पंडित ये कर के ही रहे। जैसे सुरस्ती पीछे बैठी ना, वो पीछे अपने आप को मोड़ बैठा। कहंदे ने त्रिशूल नाल ब्रह्मे दा सिर ही वड़ दिता। लंबी चौड़ी कथा है, फिर किवें जुड़िया। ब्रह्म हत्या लगी शिव जी नूं। भाई साहब भाई गुरदास जी लिखते ने, चारे वेद वखाण दा चतुर्मुखी होए खरा सियाणा। भाई साहब भाई गुरदास जी, चारे वेद वखाण दा चतुर्मुखी होए खरा सियाणा। लोकां नूं समझाएंदा वेक सुरस्ती रूप लुभाणा। उम्र करके बिरध हो चुकिया सी, बुढ़ा हो चुकिया सी। लेकिन मैं उस दिन अर्ज की सी, लोभ बुढ़ा नहीं आउंदा, हंकार बुढ़ा नहीं आउंदा, काम बुढ़ा नहीं आउंदा, शरीर बुढ़ा हो जाता, शरीर बिरध हो जाता। सारे कानपुर दे वासी जानते ने, बहुत एक लंबे दाड़े वाला बुजुर्ग बाबा, वो मेरे मित्रां से, हालांकि उम्र करके तो दादियां वर्गा सी। मैं पुरानी गल दसदा, गुजर चुके 30-40 साल पुराने। फिर उन्हें 88 साल की उम्र दे विआह कराया। खरीदी एक गरीब घराने की बच्ची। शुगल जी मैनू कहन लगे, इनू समझाओ, हुण ते इनू नाल रखना ते इहदे नाल चलना, लोकी उंगलां उठांदे ने। मैं कि ब्रह्मे की कथा नहीं पढ़ी, मैं शुगल जी नू समझाया। तो जे ब्रह्मा भ्रष्ट हो सकता है तो वो चेलियां वर्गा भी नहीं है, कुछ भी नहीं है, ये कुछ भी नहीं है। ब्रह्मा भ्रष्ट हो गया। चारे वेद वखाण दा 75 साल की उम्र दे गोरख दा गुरु मच्छंद्रनाथ भ्रष्ट होया। सारी जिंदगी त्याग दे व्यतीत की थी। 75 साल की उम्र दे विआह कराया, वह भी एक वेसवा नाल, एक नर्तकी नाल। गोरख ने कह दिता सी, गुरुदेव साडा ये धर्म पंथ जुगा जुगांतरां तक चलना सी, थोड़े भ्रष्ट होने करके हुण नहीं चलेगा। वाकई नहीं चले, रह गया। भाई साहब भाई गुरदास जी ये भी लिखते हैं, गोरख जती सदाएं दा तिस गुर घर वारी। की होया तू जती है, अपने गुरु को पुछो की है। भाई साहब भाई गुरदास जी, तेरा गुरु तो बुढ़ेपे च भ्रष्ट होंदा है। चारे वेद वखाण दा चतुर्मुखी होए खरा सियाणा। लोकां नूं समझाएंदा वेख सुरस्ती रूप लुभाणा। इत्थे इंद्र ते ब्रह्मे दा इस वासना करके भ्रष्ट होने का जिक्र श्री रविदास जी महाराज कर रहे ने। हम कईयत कलयुग के कामी, इसनों आधार बना के भगत रविदास खुलासा जो है करी जाते हैं। हाँ जी, इन दूतन खल वध कर मारियो। इन्होंने काम दे दूतां ने मारिया ऐसा जिमें खल नूं मूर्ख नूं मारी दे भाव मूर्ख बना दिता। काम ने इन्ने सियाणे मनुखा नूं मूढ़ बना दिता। इतना चतुर्मुखी सियाणे नूं चवां दिशा की गल जानन वाला, हर पासे की गल जानन वाले नूं मूढ़ बना दिता। वो इंद्र इतना शक्तिशाली इनू मूढ़ बना दिता और खूब मार इन्हां दे उत्ते पई रब्बों। हाँ जी, बड़ो नीलाज अजहू नहीं हारियो। रविदास कहते ने मन बड़ा निर्लज है, बड़ा निर्लज है। इतनी मार खा के भी हार नहीं मनता, नहीं मनता। भावें जन्मां जन्मांतरां दे दुख होवन,
ਇਹ ਨਿਰਲੱਜ ਹੈ, ਨਹੀਂ ਮੰਨਦਾ, ਇਹ ਹਾਰ ਨਹੀਂ ਮੰਨਦਾ, ਹਾਰ ਨਹੀਂ ਮੰਨਦਾ ਔਰ ਉਸੇ ਹੀ ਵਾਸ਼ਨਾ ਅਧੀਨ ਅਨਰਥ ਕਰੀ ਜਾਂਦਾ ਹੈ। ਹਾਂਜੀ। ਕਹੈ ਰਵਿਦਾਸ ਕਹਾਂ ਕੈਸੇ ਕੀਜੈ। हे ਪ੍ਰਭੂ, ਰਵਿਦਾਸ ਜੀ ਕਹਿੰਦੇ ਨੇ, ਦੱਸੋ ਮੈਂ ਹੁਣ ਕੀ ਕਰਾਂ। ਇੰਨੇ ਵੱਡੇ ਵੱਡੇ ਗਿਆਨੀ, ਇਤਨੇ ਵੱਡੇ ਵੱਡੇ ਸ਼ਕਤੀਸ਼ਾਲੀ, ਜੋ ਗੱਲ ਬ੍ਰਹਮੇ ਨਾਲ ਹੈ ਗੁਸਤਾਖੀ ਮਾਫ, ਇਹੀ ਗੱਲ ਸ਼ਿਵ ਜੀ ਨਾਲ ਵੀ ਹੈ, ਇਹੀ ਗੱਲ ਵਿਸ਼ਨੂੰ ਨਾਲ ਵੀ ਹੈ, ਹੈਰਾਨਗੀ ਹੈ। ਵਿਸ਼ਵਾਮਿੱਤਰ ਨਾਲ ਵੀ ਹੈ, ਸ੍ਰਿੰਗੀ ਰਿਸ਼ੀ ਨਾਲ ਵੀ ਹੈ। ਮੰਨੇ ਹੋਏ ਟਾਪ ਦੇ ਮਹਾਤਮਾ अगर इतने पुरुष भ्रष्ट होए ने तो अंदाजा ला लेना इतनियां स्त्रियां भ्रष्ट सन। दसम ग्रंथ की एक पंक्ति मैं थोड़े सामने रखा। अनित नित कारण अनित नित होएंगे, त्याग धर्मणों कृत्रिया कुनार साध जोएंगे। दसम ग्रंथ। ऐसे कर्म जो अनीति ने नीति नहीं ने अनीति ने नित होणगे। कलगीधर पातशाह कहते नित होणगे। अनीत कर्म अनीति, नीति नहीं अनीति, ये नित होणगे। त्याग धर्म अणोत्रिया कुनार साध जोएंगे। इस्त्रियां अपना इस्त्री होण दा धर्म बथेरियां छोड़ देणगे। ਤੇ ਜਿਨ੍ਹਾਂ ਨੂੰ ਅਸੀਂ ਸਾਧੂ ਕਹਿੰਦੇ ਆ ਉਹ ਇਹਨਾਂ ਇਸਤਰੀਆਂ ਦੀ ਤਲਾਸ਼ ਵਿੱਚ ਆਉਣਗੇ। ਧੰਨ ਗੁਰੂ ਗੋਬਿੰਦ ਸਿੰਘ ਦੇ ਬੋਲ ਨਾ ਹੁੰਦੇ ਤੇ ਮੈਂ ਨਹੀਂ ਕਹਿ ਸਕਦਾ ਸੀ, ਨਹੀਂ ਕਹਿ ਸਕਦਾ ਸੀ। ਪਿਛਲੇ ਦਿਨੇ ਮੈਨੂੰ ਬਹੁਤ ਕੁਝ ਪੜ੍ਹਨ ਨੂੰ ਤੇ ਸੁਣਨ ਨੂੰ ਮਿਲਿਆ, ਹੈਰਾਨਗੀ ਹੋਈ ਮੈਨੂੰ। ਉਦੋਂ ਕਲਗੀਧਰ ਦੇ ਬੋਲ ਯਾਦ ਆ। ਇਹ ਅਨੀਤੀ ਨਿਤ ਹੋਵੇਗੀ, ਰੋਜ਼ ਹੋਵੇਗੀ। त्याग धर्म अणोत्रिया। कुछ स्त्रियां स्त्री होने का धर्म त्याग देणगे, त्याग देणगे। कुनार साध जोएंगे। जिन्हों साधु संत कहते हैं वो इन्हां स्त्रियां की तलाश च आउणगे, तलाश च आउणगे। इस तो अगे मैं कुछ नहीं कहता, कारण मैं कल्ला कई दफा मैं भांबड़ मच जाते हैं तो मैं बथेरी भीड़ च गिर जाता हूँ। सिंह साहब उन्होंने पता है मैं खुल के बोलिया दसम ग्रंथ से, मैनू खामा खा घेरिया, बड़ा कुछ लिखिया इन्होंने मेरे खिलाफ। पता है सिंह साहब नूं इन्हां नाल मेरी विचार भी हुई, क्योंकि ये हिमायती ने। धन गुरु गोबिंद सिंह जी महाराज की अजीम रचना नूं महानता देंदे ने। सिर्फ संकीर्ण दिमाग दे मनुख, छोटी अकल दे मनुख जो विशाल ढंग नाल नहीं सोचते, क्रोध ते बोलिया जा सकता है, लोभ ते बोलिया जा सकता है, अहंकार ते बोलिया जा सकता है, मोह ते बोलिया जा सकता है, काम ते क्यों नहीं बोलिया जा। ਤੇ ਵੀਰੋ ਅੱਜ ਦੀ ਕਥਾ ਦੇ ਵਿੱਚ ਆਪਾਂ ਦੇਖਿਆ ਕਿ ਸੰਤ ਸਿੰਘ ਮਸਕੀਨ ਜੀ ਕਿੱਡੇ ਵਧੀਆ ਤੇ ਕਿੱਡੇ ਅੱਛੇ ਅੰਦਾਜ਼ ਦੇ ਨਾਲ ਕਾਮ ਤੇ 10ਵੇਂ ਗ੍ਰੰਥ ਦੇ ਬਾਰੇ ਉਹਨਾਂ ਨੇ ਦੱਸਿਆ ਵੈ। ਵੀਰੋ ਇਹਨਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਉਮੀਦ ਹੈ ਕਿ ਜਿਨ੍ਹਾਂ ਲੋਕਾਂ ਦੇ ਦਿਮਾਗ ਦੇ ਵਿੱਚ 10ਵੇਂ ਗ੍ਰੰਥ ਨੂੰ ਲੈ ਕੇ ਜਾਂ ਕਾਮ ਨੂੰ ਲੈ ਕੇ ਜਿਹੜੇ ਡਾਊਟ ਸੀ, ਸਵਾਲ ਸੀ ਨਾ, ਉਹ ਸਾਰੇ ਹੀ ਕਲੀਅਰ ਹੋ ਜਾਣਗੇ। ਉਹਨਾਂ ਨੂੰ ਸਮਝ ਲੱਗ ਜਾਏਗੀ ਹਰ ਚੀਜ਼ ਦੀ, ਕਿਉਂਕਿ ਵੀਰੋ ਸੰਤ ਸਿੰਘ ਮਸਕੀਨ ਜੀ ਐਡੇ ਵਧੀਆ ਤੇ ਐਡੇ ਅੱਛੇ ਅੰਦਾਜ਼ ਦੇ ਨਾਲ ਬਿਆਨ ਕਰਦੇ ਆ ਕਿ ਡਾਊਟ ਜਿਹੜੇ ਆ ਪਿੱਛੇ ਰਹਿ ਹੀ ਕੋਈ ਨਹੀਂ ਜਾਂਦਾ। ਸਾਰੇ ਡਾਊਟ, ਸਾਰੇ ਸਵਾਲ, ਜਿੰਨੀਆਂ ਵੀ ਗੁੱਥੀਆਂ ਜਿਹੜੀਆਂ ਉਲਝੀਆਂ ਹੁੰਦੀਆਂ ਬੰਦੇ ਦੇ ਦਿਮਾਗ ਦੇ ਅੰਦਰ ਨਾ, ਉਹ ਸਾਰੀਆਂ ਹੱਲ ਹੋ ਜਾਂਦੀਆਂ ਤੇ ਬੰਦਾ ਮੁਤਮਈਨ ਹੋ ਜਾਂਦਾ, ਬੰਦੇ ਦੇ ਸਾਰੇ ਸਵਾਲਾਂ ਦੇ ਜਵਾਬ ਉਹਨੂੰ ਮਿਲ ਜਾਂਦੇ ਆ। तो वीरो इस तरह वो ही कर सकता जिनको बहुत ज़्यादा इलम ते नॉलेज होवे। तो संत सिंह मस्कीन जी को बहुत ज़्यादा इलम ते नॉलेज सी, इस करके उन्होंने ज्ञान का सागर कहा जाता है, क्योंकि उन्होंने को बहुत ज़्यादा इलम सी। वो हर मुद्दे उत्ते एडे वधिया अंदाज नाल गल करते सी
ਕਿ ਜਿਹੜੇ ਵੀ ਮਨੁੱਖ ਦੇ ਇਨਸਾਨ ਦੇ ਦਿਮਾਗ ਦੇ ਵਿੱਚ ਕੋਈ ਸਵਾਲ ਸੀ ਨਾ, ਜਾਂ ਜਿਹੜੀ ਕਸ਼ਮਕਸ਼ 'ਚ ਫਸਿਆ ਹੁੰਦਾ ਸੀ, ਉਹਦੀ ਕਲੀਅਰ ਹੋ ਜਾਂਦੀ ਸੀ ਅਤੇ ਉਹਨੂੰ ਸਕੂਨ ਅਤੇ ਚੈਨ ਮਿਲ ਜਾਂਦਾ ਸੀ। ਵੀਰੋ ਸਹੀ ਆਲਮ ਦੀ ਇਹ ਹੀ ਨਿਸ਼ਾਨੀ ਹੁੰਦੀ ਹੈ ਕਿ ਉਹ ਦੂਸਰਿਆਂ ਵਾਸਤੇ ਰਹਿਨੁਮਾਈ ਦਾ ਸਬੱਬ ਬਣੇ, ਦੂਸਰਿਆਂ ਦੀ ਮਦਦ ਕਰੇ ਅਤੇ ਉਹਨੂੰ ਨੇਕ ਅਤੇ ਚੰਗੇ ਕੰਮਾਂ ਦੀ ਤਰਫ ਬੁਲਾਵੇ। ਅਤੇ ਸੰਤ ਸਿੰਘ ਮਸਕੀਨ ਜੀ ਵੀ ਇਹੀ ਕਰਦੇ ਸੀ ਕਿ ਮਨੁੱਖਾਂ ਨੂੰ, ਇਨਸਾਨਾਂ ਨੂੰ ਬੁਰੇ ਕੰਮਾਂ ਤੋਂ ਰੋਕਦੇ ਸੀ ਅਤੇ ਨੇਕ ਅਤੇ ਚੰਗੇ ਕੰਮਾਂ ਦੀ ਤਰਫ ਬੁਲਾਉਂਦੇ ਸੀ। ਕਿਉਂ ਕਿ ਉਹਨਾਂ ਦਾ ਮਕਸਦ ਇਹ ਸੀ ਕਿ ਮੇਰੇ ਇਸ ਗਿਆਨ ਨੂੰ, ਇਸ ਬਿਆਨ ਨੂੰ ਸੁਣ ਕੇ ਕਿਸੇ ਦਾ ਭਲਾ ਹੋ ਜੇ, ਜਿਹੜਾ ਭਟਕਿਆ ਹੋਇਆ ਵਾ ਉਹ ਨੇਕ ਰਾਹ 'ਤੇ ਆ ਜੇ ਅਤੇ ਨੇਕ ਅਤੇ ਚੰਗੇ ਕੰਮ ਕਰਨ ਲੱਗ ਪਏ। ਅਤੇ ਵੀਰੋ ਮੈਨੂੰ ਉਮੀਦ ਹੈ ਕਿ ਬਹੁਤ ਸਾਰੇ ਲੋਕ ਸੰਤ ਸਿੰਘ ਮਸਕੀਨ ਜੀ ਦੀਆਂ ਕਥਾ ਸੁਣ ਕੇ ਨੇਕ ਅਤੇ ਚੰਗੇ ਕੰਮ ਦੀ ਤਰਫ ਆ ਗਏ ਹੋਣਗੇ, ਆਪਣੇ ਬੁਰੇ ਕੰਮ ਛੱਡ ਕੇ। ਬਾਕੀ ਵੀਰੋ ਤੁਸੀਂ ਦੱਸੋ ਕਿ ਤੁਹਾਨੂੰ ਸਾਡੀ ਕਥਾ ਕਿਸ ਤਰ੍ਹਾਂ ਦੀ ਲੱਗੀ। ਕਮੈਂਟਸ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ। ਆਪਣਾ ਰੱਖਿਓ ਢੇਰ ਸਾਰਾ ਖਿਆਲ। ਰੱਬ ਰਾਖਾ।